ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਯਾਤਰੀਆਂ ਵਾਸਤੇ ਵੈਕਸੀਨ ਦੀ ਸ਼ਰਤ ਤੇ ਹਟੀ ਰੋਕ, ਬਿਨਾਂ ਟੀਕੇ ਵਾਲੇ ਵੀ ਕਰ ਸਕਣਗੇ ਹਵਾਈ ਸਫ਼ਰ। ਟਰੂਡੋ ਨੂੰ ਮਾਰਨ ਦੀ ਯੋਜਨਾ ਦਾ ਪਰਦਾਫਾਸ਼, ਐਕਟਰ ਨੇ ਖੁਦ ਦੱਸੀ ਸੱਚਾਈ। ਕੈਲਗਰੀ ਵਿੱਚ ਮੌਸਮ ਬਾਰੇ ਚੇਤਾਵਨੀ, ਮੇਅਰ ਨੇ ਜਾਰੀ ਕੀਤੀਆਂ ਹਦਾਇਤਾਂ। ਲਿਟਨ ਵਾਸਤੇ ਸਰਕਾਰ ਵੱਲੋਂ $77 ਮਿਲੀਅਨ ਦਾ ਐਲਾਨ, ਹਰਜੀਤ ਸੱਜਣ ਨੇ ਸਾਂਝੀ ਕੀਤੀ ਜਾਣਕਾਰੀ। ਫੈਡਰਲ ਸਰਕਾਰ ਵੱਲੋਂ ਅਨਵੈਕਸੀਨੇਟਡ ਯਾਤਰੀਆਂ ਨੂੰ ਰਾਹਤ ਦਿੱਤੀ ਗਈ ਹੈ। ਸਰਕਾਰ ਦੇ ਐਲਾਨ ਮੁਤਾਬਕ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਉਹ ਵੀ ਹੁਣ ਜਹਾਜ਼ ਅਤੇ ਰੇਲ ਗੱਡੀ ਦਾ ਸਫ਼ਰ ਕਰ ਸਕਣਗੇ। ਇਹ ਰਾਹਤ ਫੈਡਰਲ ਸਰਕਾਰ ਵੱਲੋਂ ਡੋਮੈਸਟਿਕ ਟਰੈਵਲਰਸ ਨੂੰ ਦਿੱਤੀ ਗਈ ਹੈ, ਪਰ ਜਿਹੜੀ ਅੰਤਰਰਾਸ਼ਟਰੀ ਯਾਤਰੀਆਂ ਦੇ ਵਾਸਤੇ ਵੈਕਸੀਨ ਦੀ ਸ਼ਰਤ ਹੈ ਉਹ ਅਜੇ ਵੀ ਲਾਗੂ ਰਹਿਣ ਵਾਲੀ ਹੈ। ਅਨਵੈਕਸੀਨੇਟਡ ਯਾਤਰੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਵੱਡੀ ਰਾਹਤ ਦਿੰਦਿਆਂ ਜਹਾਜ਼ ਅਤੇ ਰੇਲ ਦਾ ਸਫ਼ਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜੀ ਹਾਂ, ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਬਿਨਾਂ ਟੀਕਾ ਲਗਵਾਉਣ ਵਾਲੇ ਕੈਨੇਡੀਅਨਸ ਨੇ ਉਹ ਵੀ ਜਹਾਜ਼ ਅਤੇ ਰੇਲ ਦਾ ਸਫ਼ਰ ਕਰ ਸਕਣਗੇ। ਉਹਨਾਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹ ਰਾਹਤ ਡੋਮੈਸਟਿਕ ਟਰੈਵਲਰਸ ਨੂੰ ਦਿੱਤੀ ਗਈ। ਜਾਣਕਾਰੀ ਲਈ ਦੱਸ ਦਈਏ ਕਿ ਆਟਵਾ ਵੱਲੋਂ ਅੱਜ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੀ ਉਹਨਾਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ ਸੀ ਉਸ ਨੂੰ ਹੁਣ ਰੋਕਿਆ ਜਾ ਰਿਹਾ ਹੈ। ਇਸ ਐਲਾਨ ਤੋਂ ਬਾਅਦ ਜਿਹੜੇ ਅਨਵੈਕਸੀਨੇਟਡ ਹਨ ਉਹ ਵੀ ਜਹਾਜ਼ ਤੇ ਰੇਲ ਦਾ ਸਫ਼ਰ ਕਰ ਸਕਣਗੇ। ਇਸ ਦੀ ਸ਼ੁਰੂਆਤ ਹੁਣ 20 ਜੂਨ ਤੋਂ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 30 ਅਕਤੂਬਰ 2021 ਤੋਂ ਜਿਹੜੇ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਨੇ ਉਹਨਾਂ ਸਾਰਿਆਂ ਵਾਸਤੇ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਾਗੂ ਹੈ, ਜਿਸ ਦਾ ਭਾਵ ਕਿ ਜਿਨ੍ਹਾਂ ਨੇ ਵੀ ਹਵਾਈ ਜਾਂ ਫਿਰ ਰੇਲ ਸਫ਼ਰ ਕਰਨਾ ਹੈ ਉਹਨਾਂ ਦਾ ਜ਼ਰੂਰੀ ਹੈ ਕਿ ਕੋਵਿਡ-19 ਵੈਕਸੀਨ ਹਾਸਲ ਕੀਤੀ ਹੋਵੇ। ਸਰਕਾਰ ਵੱਲੋਂ ਜੋ ਵੈਕਸੀਨ ਬਾਰੇ ਡਾਟਾ ਸਾਂਝਾ ਕੀਤਾ ਗਿਆ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ 81% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਹਾਸਲ ਕਰ ਲਏ ਹਨ। ਇਸ ਤੋਂ ਪਹਿਲਾਂ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਫੈਡਰਲ ਸਰਕਾਰ ਇਸ ਤਰ੍ਹਾਂ ਦਾ ਐਲਾਨ ਕਰ ਸਕਦੀ ਹੈ ਜਿਸ ਵਿੱਚ ਅਨਵੈਕਸੀਨੇਟਡ ਨੂੰ ਵੀ ਰਾਹਤ ਦਿੱਤੀ ਜਾ ਸਕੇਗੀ। ਦਰਅਸਲ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਜੋ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਸਨ। ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਹੁਣ ਰੈਂਡਮ ਟੈਸਟਿੰਗ ਸੰਬੰਧੀ ਜਾਂ ਫਿਰ ਹੋਰ ਜਿਹੜੀਆਂ ਪਾਬੰਦੀਆਂ ਨੇ ਉਸ ਤੋਂ ਰਾਹਤ ਦੇ ਦੇਵੇ। ਪਿਛਲੇ ਦਿਨੀ ਫੈਡਰਲ ਸਰਕਾਰ ਵੱਲੋਂ ਰੈਂਡਮ ਟੈਸਟਿੰਗ ਦੇ ਉੱਪਰ ਪੌਜ਼ ਲਗਾਉਣ ਦਾ ਵੀ ਐਲਾਨ ਕੀਤਾ ਗਿਆ ਤੇ ਹੁਣ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਡੋਮੈਸਟਿਕ ਟਰੈਵਲਰਸ ਨੇ ਉਹਨਾਂ ਵਾਸਤੇ ਵੈਕਸੀਨੇਸ਼ਨ ਨੀਤੀ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। The issue at airports is an important issue for our government. We have been acting and working collaboratively with airports, with airlines to ensure that we have increased efficiencies at our airports. We're seeing, as you've heard me say this before, and the facts prove that point, similar phenomena at airports around the world because we're seeing surge in demand that the capacities of airport are struggling to keep up with. Having said that, we have put a lot of measures in place. We've increased resources of CATSA significantly, CBSA. We've suspended and are going to be lifting random testing at airports, off airports. We've streamlined some processes, including ArriveCan, as I mentioned earlier. We are regularly speaking to airlines and airports. And by the way, airlines are struggling as well with resources. We continue to encourage them to do as much as they can, just like the government is doing. We're adding resources. We're seeing airports need to add more resources, but there is a plan. Measures have been in place and regular discussions on a daily basis are taking place to ensure. And the data, by the way, proves it. The last couple of weeks, we're seeing significant improvements in delay data, whether for outbound travel or inbound travelers, but I know we need to do more. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਪਰ ਇਹ ਨਾਕਾਮਯਾਬ ਰਹੀ। ਦਰਅਸਲ ਬ੍ਰਿਟਿਸ਼ ਕੋਲੰਬੀਆ ਦੇ ਇੱਕ ਐਕਟਰ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਸਨੇ ਯੋਜਨਾ ਬਣਾਈ ਕਿ ਉਹ ਆਟਵਾ ਵਿੱਚ ਜਾ ਕੇ ਪ੍ਰਧਾਨ ਮੰਤਰੀ ਨੂੰ ਮਾਰ ਦੇਵੇ। ਇਸ ਤੋਂ ਪਹਿਲਾਂ ਉਸਨੇ ਆਪਣੀ ਮਾਂ ਦਾ ਕਤਲ ਕੀਤਾ ਸੀ ਤੇ ਬਾਅਦ ਵਿੱਚ ਉਸਨੇ ਖੁਦ ਇਸ ਸਭ ਬਾਰੇ ਜਾਣਕਾਰੀ ਸਾਂਝੀ ਕੀਤੀ। ਐਕਟਰ ਨੇ ਬਣਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਯੋਜਨਾ। ਐਕਟਰ ਨੇ ਖੁਦ ਇਸ ਗੱਲ ਦੀ ਸਾਂਝੀ ਕੀਤੀ ਜਾਣਕਾਰੀ। ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦਾ ਇਹ ਐਕਟਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਾਹੁੰਦਾ ਸੀ ਮਾਰਨਾ। ਜੀ ਹਾਂ, ਇੱਕ ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਪਤਾ ਚੱਲਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਐਕਟਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ। ਇਸ ਵੱਲੋਂ ਆਪਣੀ ਮਾਂ ਦਾ ਕਤਲ ਕੀਤਾ ਗਿਆ, ਜਿਸ ਸੰਬੰਧੀ
ਇਸ ਨੂੰ ਸੈਕੰਡ ਡਿਗਰੀ ਮਰਡਰ ਚਾਰजेस ਦੇ ਸੰਬੰਧ ਵਿੱਚ ਗਿਲਟੀ ਪਾਇਆ ਗਿਆ ਹੈ। ਪਤਾ ਚੱਲਿਆ ਕਿ ਆਪਣੀ ਮਾਂ ਦੇ ਕਤਲ ਤੋਂ ਬਾਅਦ ਇਹ ਓਟਵਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾ ਕੇ ਮਾਰਨਾ ਚਾਹੁੰਦਾ ਸੀ। ਇਸ ਦਾ ਨਾਮ ਰਿਆਨ ਦੱਸਿਆ ਜਾ ਰਿਹਾ ਹੈ। ਰਿਆਨ ਵੱਲੋਂ ਖੁਦ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਕਈ ਖੁਲਾਸੇ ਕੀਤੇ ਹਨ। ਰਿਆਨ ਨੇ ਖੁਦ ਮੰਨਿਆ ਹੈ ਕਿ ਜਿਸ ਵੇਲੇ ਘਰ ਵਿੱਚ ਉਸਦੀ ਮਾਂ ਪਿਆਨੋ ਬਜਾ ਰਹੀ ਸੀ ਤਾਂ ਇਸ ਨੇ ਉਸਦੀ ਪਿੱਠ ਤੇ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਅਗਲੇ ਦਿਨ ਹੀ ਰਿਆਨ ਵੱਲੋਂ ਆਪਣੀ ਗੱਡੀ ਵਿੱਚ 3 ਗਨਜ਼ ਰੱਖੀਆਂ। ਇਸ ਤੋਂ ਇਲਾਵਾ ਆਪਣੇ ਨਾਲ ਹੋਰ ਚੀਜ਼ਾਂ ਜਿਵੇਂ ਕਿ ਗੂਗਲ ਮੈਪ ਲੈ ਕੇ ਰਿਆਨ ਓਟਵਾ ਵੱਲ ਚੱਲ ਪਿਆ। ਇਸ ਤੋਂ ਬਾਅਦ ਉਹ ਖੁਦ ਗੱਡੀ ਚਲਾ ਕੇ ਵੈਨਕੂਵਰ ਪੁਲਿਸ ਹੈੱਡਕੁਆਰਟਰ ਦੇ ਵਿੱਚ ਗਿਆ, ਜਿੱਥੇ ਉਸਨੇ ਕਾਰ ਵਿੱਚ ਬੈਠੇ ਆਫੀਸਰ ਨੂੰ ਕਿਹਾ ਕਿ ਮੈਂ ਆਪਣੀ ਮਾਂ ਨੂੰ ਮਾਰ ਦਿੱਤਾ ਹੈ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਰਿਆਨ ਫਿਲਮ ਅਤੇ ਟੈਲੀਵਿਜ਼ਨ ਖਿੱਤੇ ਨਾਲ ਜੁੜਿਆ ਹੋਇਆ ਹੈ। ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਰਿਆਨ ਵੱਲੋਂ ਪੁਲਿਸ ਨੂੰ ਸਟੇਟਮੈਂਟ ਵਿੱਚ ਦੱਸਿਆ ਗਿਆ ਕਿ ਜਦੋਂ ਉਸਨੇ ਆਪਣੀ ਮਾਂ ਦਾ ਕਤਲ ਕੀਤਾ ਉਸ ਤੋਂ ਬਾਅਦ ਉਹ ਮੈਰੀਜੁਆਨਾ ਬੀਅਰ ਲੈਣ ਵਾਸਤੇ ਬਾਹਰ ਚਲਾ ਗਿਆ ਤੇ ਵਾਪਸ ਆ ਕੇ ਉਸਨੇ 2 ਘੰਟਿਆਂ ਤੱਕ ਨੈਟਫਲਿਕਸ ਦੇਖਿਆ। ਫਿਰ ਬਾਅਦ ਵਿੱਚ ਉਸਨੇ ਆਪਣੀ ਮਾਂ ਦੀ ਲਾਸ਼ ਨੂੰ ਇੱਕ ਸ਼ੀਟ ਵਿੱਚ ਲਪੇਟ ਦਿੱਤਾ। ਇਸ ਸੰਬੰਧੀ ਰਿਆਨ ਵੱਲੋਂ ਜਿਹੜਾ ਜਰਨਲ ਲਿਖਿਆ ਗਿਆ ਉਸ ਵਿੱਚ ਉਸਨੇ ਲਿਖਿਆ ਕਿ ਮਾਂ ਮੈਨੂੰ ਮੁਆਫ ਕਰ ਦੇ, ਮੈਂ ਆਪਣੇ ਆਪ ਨੂੰ ਨਫ਼ਰਤ ਕਰਦਾ ਹਾਂ। ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਹੁਣ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕੀਤੀ ਜਾਵੇਗੀ। ਕੈਲਗਰੀ ਵਿੱਚ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਲੋਕਲ ਸਟੇਟ ਆਫ ਐਮਰਜੈਂਸੀ ਲਗਾ ਦਿੱਤੀ ਗਈ। ਭਾਰੀ ਬਰਸਾਤ ਨੂੰ ਧਿਆਨ ਵਿੱਚ ਰੱਖਦਿਆਂ ਹੀ ਇੱਥੇ ਸ਼ਹਿਰ ਵੱਲੋਂ ਇਹ ਫੈਸਲਾ ਕੀਤਾ ਗਿਆ। ਕੈਲਗਰੀ ਵਿੱਚ ਸਟੇਟ ਆਫ ਲੋਕਲ ਐਮਰਜੈਂਸੀ ਲਗਾਈ ਜਾ ਰਹੀ ਹੈ। ਇਹ ਸਭ ਇੱਥੇ ਭਾਰੀ ਬਰਸਾਤ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤਾ ਜਾ ਰਿਹਾ ਹੈ। ਜੀ ਹਾਂ, ਸਿਟੀ ਆਫ ਕੈਲਗਰੀ ਵੱਲੋਂ ਸਟੇਟ ਆਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਇਸ ਬਾਰੇ ਕੈਲਗਰੀ ਦੇ ਮੇਅਰ ਵੱਲੋਂ ਨਿਊਜ਼ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ। ਉਹਨਾਂ ਵੱਲੋਂ ਪੁਲਿਸ ਅਤੇ ਫਾਇਰ ਡਿਪਾਰਟਮੈਂਟਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਵੈਕੂਏਸ਼ਨ ਦੌਰਾਨ ਘਰ ਜਾਣ। ਉਹਨਾਂ ਕਿਹਾ ਕਿ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਕੋਲ ਜ਼ਰੂਰਤ ਦੀਆਂ ਚੀਜ਼ਾਂ ਸਮੇਂ ਤੋਂ ਪਹਿਲਾਂ ਪਹੁੰਚਾਈਆਂ ਜਾਣ। ਇੱਥੇ ਦੱਸਣਯੋਗ ਹੈ ਕਿ এনवायरमेंट ਕੈਨੇਡਾ ਵੱਲੋਂ ਮੌਸਮ ਸੰਬੰਧੀ ਸੋਮਵਾਰ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਸ਼ਹਿਰ ਵਿੱਚ ਭਾਰੀ ਬਰਸਾਤ ਹੋਣ ਵਾਲੀ ਹੈ। এনवायरमेंट ਕੈਨੇਡਾ ਵੱਲੋਂ ਦੱਸਿਆ ਗਿਆ ਸੀ ਕਿ ਇੱਥੇ 75 ਤੋਂ 125 ਮਿਲੀਮੀਟਰ ਤੱਕ ਬਰਸਾਤ ਪਵੇਗੀ। ਏਜੰਸੀ ਵੱਲੋਂ ਕੁਝ ਖੇਤਰਾਂ ਵਿੱਚ 150 ਮਿਲੀਮੀਟਰ ਬਰਸਾਤ ਪੈਣ ਦੇ ਬਾਰੇ ਵੀ ਦੱਸਿਆ ਗਿਆ ਸੀ। ਇੱਥੇ ਦੱਸ ਦਈਏ ਕਿ ਕੈਲਗਰੀ ਵਿੱਚ ਸੋਮਵਾਰ 26.1 ਮਿਲੀਮੀਟਰ ਤੱਕ ਬਰਸਾਤ ਪਈ। ਮੌਸਮ ਸੰਬੰਧੀ ਲਗਾਤਾਰ ਮੇਅਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਮੌਸਮ ਸੰਬੰਧੀ ਖਾਸ ਖਿਆਲ ਰੱਖਣ। ਫੈਡਰਲ ਸਰਕਾਰ ਵੱਲੋਂ ਲਿਟਨ ਵਾਸਤੇ ਵੱਡਾ ਐਲਾਨ ਕੀਤਾ ਗਿਆ। $77 ਮਿਲੀਅਨ ਦੀ ਫੰਡਿੰਗ ਦੇ ਵਾਸਤੇ ਹਰਜੀਤ ਸੱਜਣ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਲਿਟਨ ਉਹੀ ਛੋਟਾ ਜਿਹਾ ਸ਼ਹਿਰ ਹੈ ਜਿਸ ਨੂੰ ਪਿਛਲੇ ਸਾਲ ਅੱਗ ਦੇ ਕਾਰਨ ਕਾਫੀ ਨੁਕਸਾਨ ਪਹੁੰਚਿਆ ਸੀ ਤੇ ਹੁਣ ਫੈਡਰਲ ਸਰਕਾਰ ਵੱਲੋਂ ਇਸ ਸੰਬੰਧੀ ਸਪੋਰਟ ਦੇ ਬਾਰੇ ਜਾਣਕਾਰੀ ਦਿੱਤੀ ਗਈ। ਫੈਡਰਲ ਸਰਕਾਰ ਵੱਲੋਂ ਲਿਟਨ ਵਾਸਤੇ ਇੱਕ ਵੱਡਾ ਐਲਾਨ ਕੀਤਾ ਗਿਆ। ਦਰਅਸਲ ਲਿਟਨ ਵਿੱਚ ਜੋ ਭਿਆਨਕ ਅੱਗ ਲੱਗੀ ਸੀ ਉਸ ਤੋਂ ਬਾਅਦ ਮੁੜ ਉਸਾਰੀ ਵਾਸਤੇ ਫੈਡਰਲ ਸਰਕਾਰ ਵੱਲੋਂ ਹੁਣ ਸਪੋਰਟ ਦਾ ਐਲਾਨ ਕੀਤਾ ਗਿਆ। ਫੈਡਰਲ ਸਰਕਾਰ ਨੇ ਇਸ ਵਾਸਤੇ $77 ਮਿਲੀਅਨ ਦੀ ਮਦਦ ਐਲਾਨ ਕੀਤੀ ਹੈ, ਜਿਸ ਬਾਰੇ ਹਰਜੀਤ ਸਿੰਘ ਸੱਜਣ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜੀ ਹਾਂ, ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਏਜੰਸੀ ਆਫ ਕੈਨੇਡਾ ਸੰਬੰਧੀ ਮੰਤਰੀ ਹਰਜੀਤ ਸਿੰਘ ਸੱਜਣ ਲਿਟਨ ਵਿੱਚ ਪਹੁੰਚੇ, ਜਿੱਥੇ ਉਹਨਾਂ ਵੱਲੋਂ ਮਦਦ ਦਾ ਵੱਡਾ ਐਲਾਨ ਕੀਤਾ ਗਿਆ। ਫੈਡਰਲ ਸਰਕਾਰ ਵੱਲੋਂ ਜੋ ਫੰਡਿੰਗ ਐਲਾਨ ਕੀਤੀ ਗਈ ਹੈ ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਘਰਾਂ ਦੀ ਉਸਾਰੀ ਵਾਸਤੇ $6 ਮਿਲੀਅਨ ਤੱਕ ਖਰਚ ਕੀਤੇ ਜਾਣਗੇ। ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਸਾਲ ਲਿਟਨ ਦੇ ਇਲਾਕੇ ਵਿੱਚ 30 ਜੂਨ ਨੂੰ ਭਿਆਨਕ ਅੱਗ ਲੱਗੀ ਸੀ, ਜਿਸ ਤੋਂ ਬਾਅਦ ਕਾਫੀ ਕੁਝ ਤਬਾਹ ਹੋ ਗਿਆ। ਇਸ ਮੌਕੇ 2 ਲੋਕਾਂ ਦੀ ਜਾਨ ਵੀ ਚਲੀ ਗਈ। ਹੁਣ ਸਪੋਰਟ ਬਾਰੇ ਐਲਾਨ ਕਰਦਿਆਂ ਹਰਜੀਤ ਸਿੰਘ ਸੱਜਣ ਵੱਲੋਂ ਹੋਰ ਕਿਹੜੀਆਂ ਗੱਲਾਂ ਦੇ ਬਾਰੇ ਜ਼ਿਕਰ ਕੀਤਾ ਗਿਆ, ਉਹਨਾਂ ਵੱਲੋਂ ਕੀ ਡਿਟੇਲ ਸਾਂਝੀ ਕੀਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। It is our commitment to be here to support the people of Lytton as they rebuild, something that the Prime Minister personally had promised. And also recently, Minister Blair was here, where I am now, talking about our commitment to the community. They came here to listen to your experiences, hearing your concerns, and seeing how we could best partner with you to rebuild. And it is also why on Friday, Minister Blair announced $207 million and further details on the federal disaster financial assistance arrangement for British Columbia. Now, this will make a big difference in rebuilding lives and the livelihoods right here in Lytton.
And today I'm here to tell you about more support to deliver on our commitment to help the people of Lytton, to help Lytton rebuild a strong, resilient community that can be a model across the country. So today I am announcing over $77 million in funding to rebuild Lytton in supporting the village, its people, and its businesses. So first, the village. Public infrastructure and buildings are the heart of communities across our country. They provide places to gather, places that residents rely on to access essential programs and services, places to celebrate our history, places that support our health, and places where we welcome visitors. ਕੈਨੇਡਾ ਦੇ ਸੂਬੇ ਲਗਾਤਾਰ ਪਾਬੰਦੀਆਂ ਸੰਬੰਧੀ ਰਾਹਤ ਦੇ ਰਹੇ ਨੇ। ਨਾ ਸੂਬਿਆਂ ਵੱਲੋਂ ਕਰੋਨਾ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਐਲਬਰਟਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਹੁਣ ਮਾਸਕ ਪਾਉਣਾ ਜ਼ਰੂਰੀ ਨਹੀਂ ਹੋਵੇਗਾ। ਐਲਬਰਟਾ ਸੂਬੇ ਵੱਲੋਂ ਕਰੋਨਾ ਵਾਇਰਸ ਦੀਆਂ ਜਿਹੜੀਆਂ ਰਹਿੰਦੀਆਂ ਪਾਬੰਦੀਆਂ ਨੇ ਉਹਨਾਂ ਨੂੰ ਖਤਮ ਕਰਨ ਬਾਰੇ ਐਲਾਨ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸੂਬਾ ਸਰਕਾਰ ਵੱਲੋਂ ਇੱਕ ਨਿਊਜ਼ ਰਿਲੀਜ਼ ਵਿੱਚ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਐਲਬਰਟਾ ਵਾਸੀਆਂ ਨੂੰ ਹੁਣ ਸੈਲਫ ਆਈਸੋਲੇਟ ਕਰਨ ਜਾਂ ਫਿਰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਸੂਬੇ ਵੱਲੋਂ ਆਪਣਾ ਪਾਬੰਦੀਆਂ ਖਤਮ ਕਰਨ ਦਾ ਆਖਰੀ ਪੜਾਅ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਮਾਸਕ ਦੀ ਸ਼ਰਤ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਾਨੂੰ ਕਰੋਨਾ ਵਾਇਰਸ ਨਾਲ ਰਹਿਣਾ ਸਿੱਖ ਲੈਣਾ ਚਾਹੀਦਾ ਹੈ। ਉਹ ਕਹਿੰਦੇ ਨੇ ਕਿ ਸਾਡੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਤਾਂ ਕਿ ਐਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਕੀ ਹੋਰ ਜਾਣਕਾਰੀ ਸਾਂਝੀ ਕੀਤੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। The peak of BA2 cases has passed and the current wave is receding. That's good news, especially for the people working in our healthcare system. Our average PCR positivity rate is about 17.5% as compared to approximately 20% last week. Positivity rates have now been decreasing for the past month, which indicates that there is less transmission. And wastewater levels are trending down across the province, including in Calgary and in Edmonton. The two big cities are higher, but the other sites where we monitor are mostly down to a fraction of their recent peak levels. There's still lots of COVID virus around, especially in Edmonton and Calgary, and we can't expect it to go to zero. It remains a real risk, especially to those who are unvaccinated or under-vaccinated. And there is still a lot of people in hospital with COVID. Whether it's the reason they were admitted or not, the precautions that have to be taken mean other beds are blocked and the system's capacity is reduced. But we are turning the corner. The number of COVID-positive patients in hospital is down again and sharply in the past week. The total number of patients in ICU has been around 150 over the past few days, well within the pre-COVID base of 173 beds. And of course, we've recently increased that base to 192 on our way to our target of 223. The total number of non-ICU patients in hospital has also ticked down a bit in recent days. ਮੌਂਕੀਪੌਕਸ ਵਾਇਰਸ ਨੇ ਚਿੰਤਾ ਵਧਾ ਦਿੱਤੀ ਹੈ। ਕਈ ਦੇਸ਼ਾਂ ਵਿੱਚ ਇਸ ਨਾਲ ਜੁੜੇ ਹੋਏ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਸੰਬੰਧੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ, ਜਿਹੜੀ ਕਿ ਅਗਲੇ ਹਫ਼ਤੇ ਹੋਣ ਜਾ ਰਹੀ ਹੈ। ਮੌਂਕੀਪੌਕਸ ਵਾਇਰਸ ਦੇ ਵੱਧ ਰਹੇ ਮਾਮਲੇ ਹੁਣ ਚਿੰਤਾ ਵਧਾਉਣ ਲੱਗੇ ਹਨ। ਇਸ ਸੰਬੰਧੀ ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ, ਜੋ ਕਿ ਅਗਲੇ ਹਫ਼ਤੇ ਹੋਣ ਜਾ ਰਹੀ ਹੈ। ਜੀ ਹਾਂ, ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਮੀਟਿੰਗ ਅਗਲੇ ਹਫ਼ਤੇ ਵੀਰਵਾਰ ਨੂੰ ਹੋਣ ਜਾ ਰਹੀ ਹੈ, ਜਿੱਥੇ ਐਮਰਜੈਂਸੀ ਮੀਟਿੰਗ ਦੇ ਵਿੱਚ ਮੌਂਕੀਪੌਕਸ ਵਾਇਰਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਿੱਚ ਵਾਇਰਸ ਦੀ ਸਮੀਖਿਆ ਕੀਤੀ ਜਾਵੇਗੀ ਕਿ ਮੌਂਕੀਪੌਕਸ ਅੰਤਰਰਾਸ਼ਟਰੀ ਪੱਧਰ ਤੇ ਜਨਤਕ ਸਿਹਤ ਐਮਰਜੈਂਸੀ ਹੈ ਜਾਂ ਫਿਰ ਨਹੀਂ। ਵਿਸ਼ਵ ਸਿਹਤ ਸੰਗਠਨ ਦੇ ਦੱਸਣ ਮੁਤਾਬਕ ਹੁਣ ਤੱਕ 39 ਦੇਸ਼ਾਂ ਵਿੱਚ ਇਸ ਵਾਇਰਸ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹਨਾਂ ਦੇਸ਼ਾਂ ਵਿੱਚ 1600 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 1500 ਸੰਭਾਵੀ ਕੇਸ ਸਾਹਮਣੇ ਆ ਚੁੱਕੇ ਨੇ। ਇਸ ਤੋਂ ਇਲਾਵਾ 72 ਲੋਕਾਂ ਦੀ ਹੁਣ ਤੱਕ ਇਸ ਵਾਇਰਸ ਕਾਰਨ ਮੌਤ ਹੋਣ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਮੌਂਕੀਪੌਕਸ ਵਾਇਰਸ ਮੁੱਖ ਤੌਰ ਦੇ ਉੱਪਰ ਅਫਰੀਕੀ ਦੇਸ਼ਾਂ ਵਿੱਚ ਸਾਹਮਣੇ ਆਇਆ ਸੀ, ਪਰ ਹੁਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਵਾਇਰਸ ਦਾ ਫੈਲਾਅ ਨਜ਼ਰ ਆ ਰਿਹਾ ਹੈ। ਇਸ ਵਾਇਰਸ ਨਾਲ ਫਲੂ ਵਰਗੇ ਲੱਛਣ ਅਤੇ ਚਮੜੀ ਤੇ ਧੱਫੜ ਹੁੰਦੇ ਹਨ ਅਤੇ ਇਹ ਨਜ਼ਦੀਕੀ ਸੰਪਰਕ ਨਾਲ ਫੈਲਦਾ ਹੈ। ਦੱਸ ਦਈਏ ਕਿ WHO ਦੇ ਮੁਤਾਬਕ 3 ਤੋਂ 6% ਮਾਮਲਿਆਂ ਵਿੱਚ ਇਹ ਵਾਇਰਸ ਘਾਤਕ ਮੰਨਿਆ ਜਾ ਰਿਹਾ ਹੈ, ਪਰ ਅਫਰੀਕਾ ਤੋਂ ਬਾਹਰ ਇਸ ਵਾਇਰਸ ਨਾਲ ਸੰਬੰਧਿਤ ਕਿਸੇ ਮੌਤ ਦੀ ਪੁਸ਼ਟੀ ਨਹੀਂ ਹੋਈ। ਇਸ ਵਾਇਰਸ ਨਾਲ ਸੰਬੰਧਿਤ ਜ਼ਿਆਦਾਤਰ ਮੌਤਾਂ ਅਫਰੀਕੀ ਦੇਸ਼ਾਂ ਵਿੱਚ ਹੋਈਆਂ ਹਨ।
ਇਸ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਕਹਿੰਦੇ ਨੇ ਕਿ ਵਾਇਰਸ ਅਸਾਧਾਰਨ ਤੌਰ ਦੇ ਉੱਪਰ ਵਿਵਹਾਰ ਕਰ ਰਿਹਾ ਹੈ ਅਤੇ ਹੋਰ ਦੇਸ਼ ਪ੍ਰਭਾਵਿਤ ਹੋ ਰਹੇ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਵੀ ਹੁਣ ਤੱਕ ਇਸ ਵਾਇਰਸ ਨਾਲ ਜੁੜੇ ਹੋਏ ਕਈ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। 9 ਜੂਨ ਤੱਕ ਜੋ ਇੱਥੇ ਹੈਲਥ ਆਫੀਸ਼ੀਅਲਸ ਵੱਲੋਂ ਜਾਣਕਾਰੀ ਦਿੱਤੀ ਗਈ, ਉਸ ਵਿੱਚ ਪਤਾ ਚੱਲਿਆ ਕਿ ਮੌਂਕੀ ਪੌਕਸ ਦੇ ਹੁਣ ਤੱਕ 112 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। ਫੈਡਰਲ ਹੈਲਥ ਅਧਿਕਾਰੀਆਂ ਵੱਲੋਂ ਇਸ ਹਫ਼ਤੇ ਇਸ ਮੌਂਕੀਪੌਕਸ ਵਾਇਰਸ ਸੰਬੰਧੀ ਤਾਜ਼ਾ ਅਪਡੇਟ ਸਾਂਝੀ ਕੀਤੀ ਜਾਵੇਗੀ। ਇਸ ਦੌਰਾਨ ਹੁਣ ਅਗਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਹੈ, ਜਿਸ ਵਿੱਚ ਐਕਸਪਰਟਸ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਬਾਅਦ ਦੇ ਵਿੱਚ ਹੀ ਫੈਸਲਾ ਲਿਆ ਜਾਵੇਗਾ। ਐਲਨ ਮਸਕ ਵੱਲੋਂ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਦੀ ਜਾਣਕਾਰੀ ਟਵਿੱਟਰ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਈਮੇਲ ਰਾਹੀਂ ਦੱਸ ਦਿੱਤਾ ਹੈ ਕਿ ਐਲਨ ਮਸਕ ਦੇ ਨਾਲ ਉਹਨਾਂ ਦੀ ਗੱਲਬਾਤ ਹੋਏਗੀ ਤੇ ਕਰਮਚਾਰੀਆਂ ਨੂੰ ਪਹਿਲਾਂ ਹੀ ਸਵਾਲ ਭੇਜਣ ਦੇ ਵਾਸਤੇ ਕਹਿ ਦਿੱਤਾ ਗਿਆ। ਐਲਨ ਮਸਕ ਵੱਲੋਂ ਟਵਿੱਟਰ ਕਰਮਚਾਰੀਆਂ ਨੂੰ ਐਡਰੈਸ ਕੀਤਾ ਜਾਵੇਗਾ। ਜੀ ਹਾਂ, ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ ਹੁਣ ਪਹਿਲੀ ਵਾਰ ਟਵਿੱਟਰ ਕਰਮਚਾਰੀਆਂ ਨੂੰ ਐਡਰੈਸ ਕੀਤਾ ਜਾਣਾ ਹੈ। ਦੱਸੀਏ ਕਿ ਐਲਨ ਮਸਕ ਵੱਲੋਂ ਟਵਿੱਟਰ ਨਾਲ $44 ਬਿਲੀਅਨ ਦੀ ਡੀਲ ਕੀਤੀ ਗਈ ਹੈ, ਜਿਸ ਦੇ ਉੱਪਰ ਫਿਲਹਾਲ ਉਹਨਾਂ ਵੱਲੋਂ ਪੌਜ਼ ਲਗਾਇਆ ਗਿਆ ਹੈ। ਹੁਣ ਜੋ ਉਹਨਾਂ ਵੱਲੋਂ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ, ਇਸ ਦੀ ਜਾਣਕਾਰੀ ਟਵਿੱਟਰ ਦੇ CEO ਪਰਾਗ ਅਗਰਵਾਲ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਈਮੇਲ ਰਾਹੀਂ ਸੂਚਿਤ ਕਰ ਦਿੱਤਾ ਗਿਆ ਕਿ ਐਲਨ ਮਸਕ ਉਹਨਾਂ ਨਾਲ ਗੱਲਬਾਤ ਕਰਨਗੇ। ਇਸ ਸੰਬੰਧੀ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਜਿਹੜੇ ਵੀ ਸਵਾਲ ਉਹਨਾਂ ਨੇ ਐਲਨ ਮਸਕ ਤੋਂ ਪੁੱਛਣੇ ਨੇ, ਉਹ ਪਹਿਲਾਂ ਹੀ ਉਹਨਾਂ ਨੂੰ ਜਮ੍ਹਾਂ ਕਰਵਾ ਦਿੱਤੇ ਜਾਣ। ਦੱਸ ਦਈਏ ਕਿ ਐਲਨ ਮਸਕ ਵੱਲੋਂ ਟਵਿੱਟਰ ਨਾਲ ਅਪ੍ਰੈਲ ਮਹੀਨੇ ਦੌਰਾਨ ਡੀਲ ਕੀਤੀ ਗਈ, ਪਰ ਕੁਝ ਕਾਰਨਾਂ ਕਾਰਨ ਅਜੇ ਇਸ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਐਲਨ ਮਸਕ ਕੁਝ ਫੇਕ ਅਕਾਊਂਟਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਟਵਿੱਟਰ ਵੱਲੋਂ ਅਜੇ ਤੱਕ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। 13 ਮਈ ਨੂੰ ਐਲਨ ਮਸਕ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ ਜੋ $44 ਬਿਲੀਅਨ ਦੀ ਡੀਲ ਹੈ, ਉਸ ਦੇ ਉੱਪਰ ਰੋਕ ਲਗਾ ਰਹੇ ਹਨ, ਕਿਉਂਕਿ ਉਹ ਚਾਹੁੰਦੇ ਨੇ ਕਿ ਕੰਪਨੀ ਉਹਨਾਂ ਨੂੰ ਹੋਰ ਵੀ ਡਾਟਾ ਮੁਹੱਈਆ ਕਰਵਾਏ ਜੋ ਕਿ ਫੇਕ ਅਕਾਊਂਟਸ ਦੇ ਨਾਲ ਜੁੜਿਆ ਹੋਇਆ ਹੈ। ਫਿਲਹਾਲ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਮੀਟਿੰਗ ਇਸ ਕਾਰਨ ਹੋ ਰਹੀ ਹੈ ਕਿ ਦੋਨੋਂ ਪੱਖ ਇੱਕ ਫੈਸਲੇ ਦੇ ਉੱਪਰ ਆ ਗਏ ਨੇ ਜਾਂ ਫਿਰ ਉਹਨਾਂ ਦੇ ਵਿੱਚ ਜਿਹੜੀ ਮਤਭੇਦ ਸਨ ਉਹ ਸੁਲਝ ਚੁੱਕੇ ਨੇ। ਫਿਲਹਾਲ ਸਿਰਫ ਇਹੀ ਪਤਾ ਚੱਲਿਆ ਹੈ ਕਿ ਐਲਨ ਮਸਕ ਵੱਲੋਂ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ ਜਾਣਾ ਹੈ, ਜਿਸ ਦੌਰਾਨ ਕਰਮਚਾਰੀ ਉਹਨਾਂ ਤੋਂ ਸਵਾਲ ਪੁੱਛਣਗੇ ਜੋ ਉਹਨਾਂ ਵੱਲੋਂ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੇ ਜਾਣਗੇ। ਪਾਸਪੋਰਟ ਦਫ਼ਤਰ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਤਾਂ ਕਾਫੀ ਦੇਰ ਤੋਂ ਦਿਖਾਈ ਦੇ ਰਹੀਆਂ ਸਨ, ਪਰ ਹੁਣ ਲੋਕ ਇੱਥੇ ਆਪਣੀਆਂ ਖਾਣ ਪੀਣ ਦੀਆਂ ਚੀਜ਼ਾਂ, ਕੁਰਸੀਆਂ ਅਤੇ ਕੈਂਪਿੰਗ ਦਾ ਸਮਾਨ ਲੈ ਕੇ ਪਹੁੰਚ ਗਏ ਨੇ। ਇਹਨਾਂ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਪਰੇਸ਼ਾਨੀ ਆ ਰਹੀ ਹੈ, ਐਪਲੀਕੈਂਟਸ ਨੂੰ ਕਾਫੀ ਜ਼ਿਆਦਾ ਇੰਤਜ਼ਾਰ ਕਰਨਾ ਪੈ ਰਿਹਾ ਕਿਉਂਕਿ ਪਾਸਪੋਰਟ ਦਫ਼ਤਰ ਦੇ ਵਿੱਚ ਐਪਲੀਕੇਸ਼ਨਸ ਦਾ ਬੈਕਲੌਗ ਜਮ੍ਹਾਂ ਹੋ ਗਿਆ ਹੈ। ਸਰਵਿਸ ਕੈਨੇਡਾ ਵੱਲੋਂ ਵੀ ਇਸ ਬਾਰੇ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਹੈ। ਪਾਸਪੋਰਟ ਦਫ਼ਤਰ ਦੇ ਬਾਹਰ ਲੋਕ ਆਪਣੇ ਕੁਰਸੀਆਂ, ਗੱਦੇ ਅਤੇ ਟੈਂਟ ਲੈ ਕੇ ਪਹੁੰਚ ਗਏ, ਜਿਨ੍ਹਾਂ ਵੱਲੋਂ ਪੂਰੀ ਰਾਤ ਪਾਸਪੋਰਟ ਦਫ਼ਤਰ ਦੇ ਬਾਹਰ ਬਿਤਾਈ ਗਈ। ਜੀ ਹਾਂ, ਇਹ ਜਾਣਕਾਰੀ ਮੌਂਟਰੀਅਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੇਰੀ ਦੇ ਕਾਰਨ ਹੁਣ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ। ਪਾਸਪੋਰਟ ਹਾਸਲ ਕਰਨ ਸੰਬੰਧੀ ਜੋ ਇਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਐਪਲੀਕੇਸ਼ਨਸ ਦਾ ਜਿਹੜਾ ਬੈਕਲੌਗ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਮੌਂਟਰੀਅਲ ਦੇ ਪਾਸਪੋਰਟ ਦਫ਼ਤਰ ਦੇ ਬਾਹਰ ਕਈ ਲੋਕ ਕੁਰਸੀਆਂ ਲਗਾ ਕੇ ਬੈਠੇ ਰਹੇ। ਉਹ ਇਸ ਕਾਰਨ ਕਿਉਂਕਿ ਇਹਨਾਂ ਦਾ ਇੰਤਜ਼ਾਰ ਕਾਫੀ ਲੰਬਾ ਹੈ। ਜਿਹੜੇ ਲੋਕ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਸਨ, ਉਹਨਾਂ ਵੱਲੋਂ ਆਪਣੀ ਪਰੇਸ਼ਾਨੀ ਵੀ ਦੱਸੀ ਜਾ ਰਹੀ ਹੈ। ਇਹ ਲੋਕ ਦੱਸ ਰਹੇ ਨੇ ਕਿ ਕਿਵੇਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਆਪਣੀ ਪਾਸਪੋਰਟ ਅਰਜ਼ੀ ਸੰਬੰਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਧਰ ਦੂਜੇ ਪਾਸੇ ਸਰਵਿਸ ਕੈਨੇਡਾ ਵੀ ਲਗਾਤਾਰ ਜਾਣਕਾਰੀ ਦੇ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਉਹਨਾਂ ਕੋਲ ਪਾਸਪੋਰਟ ਸੰਬੰਧੀ ਅਰਜ਼ੀਆਂ ਦਾ ਕਾਫੀ ਬੈਕਲੌਗ ਜਮ੍ਹਾਂ ਹੋ ਚੁੱਕਿਆ ਹੈ। ਸਰਵਿਸ ਕੈਨੇਡਾ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ 1 ਅਪ੍ਰੈਲ 2020 ਅਤੇ 31 ਮਾਰਚ 2021 ਦੌਰਾਨ 3,63,000 ਪਾਸਪੋਰਟ ਇਸ਼ੂ ਕੀਤੇ ਗਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਅਰਜੈਂਟ ਟਰੈਵਲ ਕੇਸਿਸ ਦੇ ਨਾਲ ਜੁੜੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ 1 ਅਪ੍ਰੈਲ 2021 ਅਤੇ ਮਾਰਚ 31, 2022 ਦੌਰਾਨ 1.3 ਮਿਲੀਅਨ ਪਾਸਪੋਰਟ ਇਸ਼ੂ ਕਰ ਦਿੱਤੇ ਗਏ ਨੇ। ਇਸ ਤੋਂ ਬਾਅਦ ਵੀ ਵਿਭਾਗ ਕੋਲ ਅਜੇ ਕਾਫੀ ਜ਼ਿਆਦਾ ਅਰਜ਼ੀਆਂ ਪਈਆਂ ਹੋਈਆਂ ਨੇ, ਜਿਨ੍ਹਾਂ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਬਾਕੀ ਹੈ। ਹੁਣ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਸਰਵਿਸ ਕੈਨੇਡਾ ਵੱਲੋਂ ਨਵੇਂ ਕਰਮਚਾਰੀਆਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਪਾਸਪੋਰਟ ਹਾਸਲ ਕਰਨ ਵਾਲੇ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਕੈਨੇਡਾ ਦੇ ਕਈ ਸੂਬਿਆਂ ਵਿੱਚ ਮੌਂਕੀਪੌਕਸ ਵਾਇਰਸ ਦਾ ਫੈਲਾਅ ਦੇਖਣ ਨੂੰ ਮਿਲ ਰਿਹਾ ਹੈ। ਕਈ ਸੂਬਿਆਂ ਵਿੱਚ ਇਸ ਨਾਲ ਜੁੜੇ ਹੋਏ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕਿਊਬੈਕ ਦੇ ਵਿੱਚ 100 ਤੋਂ ਵੱਧ ਮਾਮਲੇ ਤੇ ਮੌਂਟਰੀਅਲ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 3 ਜਾਣਿਆਂ ਨੂੰ ਇਸ ਵਾਇਰਸ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਮੌਂਕੀਪੌਕਸ ਵਾਇਰਸ ਦਾ ਅਸਰ ਕੈਨੇਡਾ ਵਿੱਚ ਵੀ ਦਿਖਾਈ ਦੇ ਰਿਹਾ ਹੈ, ਜਿੱਥੇ ਹੁਣ ਤੱਕ ਕਈ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਆਫੀਸ਼ੀਅਲਸ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਊਬੈਕ ਵਿੱਚ ਇਸ ਮੌਂਕੀ ਪੌਕਸ ਵਾਇਰਸ ਨਾਲ ਜੁੜੇ ਹੋਏ 132 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਸਭ ਤੋਂ ਜ਼ਿਆਦਾ ਮਾਮਲੇ ਮੌਂਟਰੀਅਲ ਵਿੱਚ ਦੱਸੇ ਜਾ ਰਹੇ ਨੇ। ਜੀ ਹਾਂ, ਕਿਊਬੈਕ ਪਬਲਿਕ ਹੈਲਥ ਆਫੀਸ਼ੀਅਲਸ ਨੇ ਅਪਡੇਟ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ 3000 ਵੈਕਸੀਨ ਡੋਜ਼ਸ ਲਗਾ ਦਿੱਤੀਆਂ ਗਈਆਂ ਨੇ ਤੇ ਹੁਣ ਤੱਕ ਮੌਂਕੀ ਪੌਕਸ ਨਾਲ ਜੁੜੇ ਹੋਏ 132 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਮੌਂਟਰੀਅਲ ਵਿੱਚ ਇਸ ਇਨਫੈਕਸ਼ਨ ਨਾਲ ਜੁੜੇ ਹੋਏ 126 ਮਾਮਲੇ ਸਾਹਮਣੇ ਆ ਚੁੱਕੇ ਨੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਘੱਟ ਗੰਭੀਰ ਦੱਸੇ ਜਾ ਰਹੇ ਨੇ। ਇਹ ਵੀ ਪਤਾ ਚੱਲਿਆ ਹੈ ਕਿ ਇਸ ਵਾਇਰਸ ਕਾਰਨ 3 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਆਫੀਸ਼ੀਅਲਸ ਲਗਾਤਾਰ ਇਸ ਬਾਰੇ ਅਪਡੇਟ ਸਾਂਝੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਤੋਂ ਇਲਾਵਾ ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਵਾਇਰਸ ਦੇ ਸੰਬੰਧ ਵਿੱਚ ਅਗਲੇ ਹਫ਼ਤੇ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਕਾਫੀ ਗੱਲਾਂ ਤੈਅ ਕੀਤੀਆਂ ਜਾਣਗੀਆਂ। We only had 3 hospitalization at the beginning of the outbreak, but currently we have no hospitalization, and the majority of cases are not severe. 100% of the cases are men having a sexual relationship with other men. And we have started the vaccination campaign for contacts on the 27th of May, and now we have more than 3,000 vaccine or shots that have been administered. We will have access, but it's for the province of Quebec. We have an access right now of 40,000 doses, but for Montreal, with the enlargement of the criteria, we think that with 25,000 doses, we will have enough to cover the expected population that we are trying to reach. ਪਿਛਲੇ ਸਾਲ ਲੋਡ ਸਮੇਤ ਇੱਕ ਟਰੱਕ ਚੋਰੀ ਹੋਇਆ ਸੀ, ਜਿਸ ਸੰਬੰਧੀ ਹੁਣ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਪੁਲਿਸ ਵੱਲੋਂ ਸਸਪੈਕਟਸ ਦੀ ਵੀ ਭਾਲ ਕੀਤੀ ਜਾ ਰਹੀ ਹੈ। ਯਾਰਡ ਚੋਂ ਇੱਕ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਹੈ, ਜਿਸ ਵਿੱਚ ਲੋਡ ਲੱਦਿਆ ਹੋਇਆ ਸੀ। ਜਿਹੜਾ ਲੋਡ ਇਸ ਟਰੱਕ ਵਿੱਚ ਲੱਦਿਆ ਗਿਆ, ਉਸ ਦੀ ਕੀਮਤ $2,25,000 ਦੀ ਦੱਸੀ ਜਾ ਰਹੀ ਹੈ। ਦਰਅਸਲ ਇਹ ਟਰੱਕ ਪਿਛਲੇ ਸਾਲ ਚੋਰੀ ਹੋਇਆ ਸੀ, ਜਿਸ ਸੰਬੰਧੀ ਹੁਣ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਆਮ ਲੋਕਾਂ ਨੂੰ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਜਾਣਕਾਰੀ ਮੁਤਾਬਕ ਇਹ ਟਰੱਕ ਲੋਡ ਸਮੇਤ 29 ਨਵੰਬਰ ਨੂੰ 3:35 ਦੇ ਕਰੀਬ ਯਾਰਡ ਵਿੱਚੋਂ ਚੋਰੀ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਸ਼ਿਪਿੰਗ ਕੰਟੇਨਰ ਹਟਾਉਣ ਵਾਸਤੇ ਚੋਰੀ ਕੀਤੇ ਟਰੱਕ, ਟ੍ਰੇਲਰ ਅਤੇ ਜੀਪ ਦੀ ਵਰਤੋਂ ਕੀਤੀ ਗਈ। ਅਥਾਰਟੀਜ਼ ਨੇ ਦੱਸਿਆ ਹੈ ਕਿ ਇਹ ਪੂਰਾ ਮਾਮਲਾ ਇੱਕ ਕੈਮਰਾ ਦੇ ਵਿੱਚ ਵੀ ਕੈਦ ਹੋ ਚੁੱਕਿਆ ਹੈ ਤੇ ਹੁਣ ਪੁਲਿਸ ਵੱਲੋਂ ਇਸ ਸੰਬੰਧੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹੁਣ ਇਸ ਸੰਬੰਧੀ ਆਮ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਕੋਈ ਹੋਰ ਵੀਡੀਓ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ ਤੇ ਇਹ ਵੀਡੀਓ ਜਾਂ ਫਿਰ ਜਾਣਕਾਰੀ ਉਹਨਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਕਿ ਉਹ ਇਸ ਮਾਮਲੇ ਨੂੰ ਸੁਲਝਾ ਲੈਣ। ਪੁਲਿਸ ਵੱਲੋਂ ਹੁਣ ਇਹ ਪਿਛਲੇ ਸਾਲ ਚੋਰੀ ਹੋਇਆ ਟਰੱਕ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਸਸਪੈਕਟ ਦੀ ਵੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਯਾਤਰੀਆਂ ਵਾਸਤੇ ਵੈਕਸੀਨ ਦੀ ਸ਼ਰਤ ਤੇ ਹਟੀ ਰੋਕ, ਬਿਨਾਂ ਟੀਕੇ ਵਾਲੇ ਵੀ ਕਰ ਸਕਣਗੇ ਹਵਾਈ ਸਫ਼ਰ। ਟਰੂਡੋ ਨੂੰ ਮਾਰਨ ਦੀ ਯੋਜਨਾ ਦਾ ਪਰਦਾਫਾਸ਼, ਐਕਟਰ ਨੇ ਖੁਦ ਦੱਸੀ ਸੱਚਾਈ। ਕੈਲਗਰੀ ਵਿੱਚ ਮੌਸਮ ਬਾਰੇ ਚੇਤਾਵਨੀ, ਮੇਅਰ ਨੇ ਜਾਰੀ ਕੀਤੀਆਂ ਹਦਾਇਤਾਂ। ਲਿਟਨ ਵਾਸਤੇ ਸਰਕਾਰ ਵੱਲੋਂ $70 ਮਿਲੀਅਨ ਦਾ ਐਲਾਨ, ਹਰਜੀਤ ਸੱਜਣ ਨੇ ਸਾਂਝੀ ਕੀਤੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।